अस्सलाम वालेकुम वालेकुम सलाम। भाईजान की हाल है ਤੁਹਾਡਾ? ठीक ठाक ना। ਕੀ ਨਾਂ ਹੈ ਜੀ? मेरा नाम हैदर अली ਹੈਦਰ ਅਲੀ। जी। ਤੇ ਕਿਹੜਾ ਪਿੰਡ ਜੇ ਤੁਹਾਡਾ? पिंड पतराड़ा मेरा ਪਤਰਾੜਾ ਪਿੰਡ। ਜੀ। ਇਹ ਕਿਹੜੇ ਇਲਾਕੇ ਚ ਆਉਂਦਾ ਹੈ? बुजवात है। ਬਜਵਾਤ ਵਿੱਚ ਆਉਂਦਾ ਹੈ। ਅੱਛਾ ਭਾਈਜਾਨ ਇਹ ਦੱਸਿਓ ਕਿ ਤੁਹਾਨੂੰ ਕਿੰਨੀ ਦੇਰ ਹੋ ਗਈ ਡੰਗਰ ਰੱਖਦੇ ਆ? सानू 15-16 साल हो गए। 15-16 ਸਾਲ ਹੋ ਗਏ ਨੇ। ਉਸ ਤੋਂ ਪਹਿਲੇ ਕੀ ਕਰਦੇ ਹੋ? पहले काम करते हैं सियालकोट, ਕਾਦਾ? अड्डे मजदूरी करते हैं। ਅੱਡੇ ਤੇ ਮਜ਼ਦੂਰੀ ਕਰਦੇ ਹੋ? ਜੀ। ਤੇ ਉਹ ਕੀ ਗੱਲ ਹੈ ਉਹ ਛੱਡ ਕੇ ਆ ਕਿਉਂ ਕੀਤਾ? ਇਹ ਸਾਡਾ ਮਾਦਰੀ ਕੰਮ ਹੈ, ਇਸ ਵਾਸਤੇ ਕਰਨੇ। ਉਹ ਬਿਹਤਰ ਪਾਇਆ ਜਾਂ ਇਹ ਬਿਹਤਰ ਪਾਇਆ? ਨਵੇਂ ਨਵੇਂ ਬੰਦੇ ਨੂੰ ਕੀ ਮਸ਼ਵਰਾ ਦਵੋਗੇ? ਬੰਦੇ ਨੇ ਕਿਹਾ ਮਜ਼ਦੂਰੀ ਨਾਲ ਡੰਗਰ ਸ਼ੰਗਰ ਰੱਖ ਲਓ ਚੰਗੇ। ਜ਼ਬਰਦਸਤ। ਹੁਣ ਲਾਕਡਾਊਨ ਹੈ ਤੇ ਇਹ ਕਰੋਨਾ ਸ਼ਰੋਨਾ ਵਾਇਰਸ ਹੈ, ਇਹਦੇ ਵਿੱਚ ਦੁੱਧ ਦੀ ਡਿਮਾਂਡ ਘਟੀ ਤੇ ਨਹੀਂ? ਨਹੀਂ, ਸਾਡਾ ਕੰਮ ਉਂਝ ਹੀ ਹੈ, ਜਿਸ ਤਰ੍ਹਾਂ ਡੰਗਰਾਂ ਦਾ ਕੰਮ ਚੱਲਦਾ, ਲੋਕਾਂ ਦਾ ਹੈਗਾ ਲੋਕਡਾਊਨ ਲੱਗਣਾ ਕੰਮ ਮੰਦਾ। ਠੀਕ ਹੈ। ਸਾਡਾ ਠੀਕ ਉਂਝ ਹੀ ਚੱਲ ਰਿਹਾ। ਇਹ ਨਹੀਂ ਕਿ ਤੁਹਾਡਾ ਨਹੀਂ? ਪੱਠੇ ਵੱਢ ਰਹੇ ਆ, ਅੱਛਾ, ਉਂਝ ਹੀ ਕੰਮ ਕਰ ਰਹੇ ਆ, ਉਂਝ ਹੀ ਡੰਗਰ ਜਾ ਰਹੇ ਆ। ਤੁਹਾਡਾ ਮਾਸ਼ਾਅੱਲਾ ਜੀ ਕੰਮ ਚੱਲਦਾ ਪਿਆ। ਜੀ। ਜ਼ਿੰਦਾਬਾਦ। ਭਾਈ ਜਨਾ ਦੱਸੋ ਕਿ ਜਿਹੜੀ ਮੱਝ ਏ ਤੇ ਗਾਂ ਏ, ਇਹਨਾਂ ਦੋਵਾਂ ਦਾ ਅਗਰ ਮੁਆਜ਼ਨਾ ਕਰੀਏ ਤਾਂ ਬਿਹਤਰ ਕਿਹੜੀ ਹੈ? ਜੀ ਮੱਝ ਹੀ ਗਾਂ ਮੱਝ ਬਿਹਤਰ ਹੈ। ਤੇ ਮੱਝ ਦੁੱਧ ਤੇ ਗਾਂ ਦਾ ਬਹੁਤਾ ਹੁੰਦਾ ਹੈ। ਲੇਕਿਨ ਮੱਝ ਦਾ ਮੁੱਲ ਤੋਂ ਜ਼ਿਆਦਾ ਮੱਝ ਦਾ ਮੁੱਲ ਤੇ ਜ਼ਿਆਦਾ ਹੈ। ਤੇ ਤੁਸੀਂ ਕੀ ਸਮਝਦੇ ਹੋ ਕਿ ਬਾਜ਼ ਔਕਾਤ ਗਾਵਾਂ ਦਾ ਦੁੱਧ ਬਹੁਤ ਜ਼ਿਆਦਾ ਹੁੰਦਾ ਹੈ ਔਰ ਮੱਝਾਂ ਦਾ ਦੁੱਧ ਘੱਟ ਹੁੰਦਾ ਹੈ, ਤੇ ਐਵਰੇਜ ਪੂਰੀ ਕਰਨ ਲਈ ਦੋਏ ਰੱਖਣੀਆਂ ਚਾਹੀਦੀਆਂ ਨੇ? ਜੀ। ਕਿੰਨੀਆਂ ਮੱਝਾਂ 'ਚ ਕਿੰਨੀਆਂ ਗਾਵਾਂ ਰੱਖੀਏ? 2-3 ਮੱਝਾਂ 2-3 ਗਾਵਾਂ ਨਾਲ ਦੁੱਧ ਮਿਕਸ ਹੋ ਵਿਕ ਜਾਂਦਾ ਹੈ। ਤੇ ਇਹ ਗੱਲ ਜ਼ਰਾ ਜ਼ਿੰਮੇਵਾਰੀ ਨਾਲ ਦੱਸਣੀ ਜੇ, ਜੀ ਮੱਝਾਂ ਦਾ ਅਗਰ ਕਾਰੋਬਾਰ ਕਰਨਾ ਹੈ ਜਾਨੀ ਦੁੱਧ ਦਾ, ਜੀ। ਤੇ ਵਿੱਚ ਗਾਵਾਂ ਰੱਖਣੀਆਂ ਲਾਜ਼ਮੀ ਨੇ? ਉਹ ਦੁੱਧ ਦੀ ਡਿਮਾਂਡ ਜਿਸ ਤਰ੍ਹਾਂ ਦੁੱਧ ਦੀ ਡਿਮਾਂਡ ਜਿਸ ਤਰ੍ਹਾਂ ਦੁੱਧ ਵਿਕਦਾ ਉਸ ਤਰ੍ਹਾਂ ਰੱਖਣਾ ਚਾਹੀਦਾ। ਕਈ ਲੋਕ ਜਿਹੜੇ ਦੁੱਧ ਖਾਲੀ ਮੱਝਾਂ ਰੱਖਦੇ, ਗਾਵਾਂ ਦੁੱਧ ਨਹੀਂ ਵਿਕਦਾ ਜੀ। ਬਿਲਕੁਲ ਸਹੀ ਹੈ। ਤੇ ਅਸੀਂ ਗਾਂ ਵੀ ਰੱਖੀ ਨੇ, ਮੱਝਾਂ ਵੀ ਰੱਖੀ ਨੇ, ਅਸੀਂ ਮਿਕਸ ਕਰਕੇ ਵੇਚ ਲੈਂਦੇ ਹਾਂ। ਯਾਨੀ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜ਼ਰੂਰੀ ਨਹੀਂ, ਜ਼ਰੂਰੀ ਕੋਈ ਨਹੀਂ ਹੈ। ਤੇ ਅਗਰ ਉਹ ਰੱਖ ਲਈਏ ਤਾਂ ਬਿਹਤਰ ਜਾਂ ਨੁਕਸਾਨ ਹੈ? ਨਹੀਂ, ਨੁਕਸਾਨ ਕੋਈ ਨਹੀਂ, ਗਾਂ ਦਾ ਵੀ ਫਾਇਦਾ ਜੀ। ਦੋਵਾਂ ਦਾ ਖਰਚ ਜਿਹੜਾ ਵੇ ਉਹ ਕਿੰਨਾ ਹੈ? ਖਰਚ ਨਾ ਪੱਠੇ ਦਾ ਜੀ, ਵੰਡੇ ਦਾ ਜੀ, ਹੋਰ ਕਿਹੜਾ ਖਰਚ ਨਹੀਂ। ਗਾਂ ਦਾ ਤੇ ਮੱਝ ਦਾ ਇੱਕ ਬਰਾਬਰ ਖਰਚ ਹੁੰਦਾ ਹੈ, ਹਾਂਜੀ, ਇੱਕ ਬਰਾਬਰ ਖਰਚ ਤੇ ਦੁੱਧ ਤੇ ਵੈਸੇ ਇਹਦਾ ਜ਼ਿਆਦਾ ਹੁੰਦਾ ਹੈ, ਜੀ। ਲੇਕਿਨ ਜ਼ਾਹਰ ਹੈ ਕਿ ਉਹਦੀ ਮਿਕਦਾਰ, ਉਹਦੀ ਦੁੱਧ ਜ਼ਰਾ ਪਤਲਾ ਹੁੰਦਾ ਹੈ। ਬਿਲਕੁਲ। ਅੱਛਾ, ਮੱਝਾਂ ਗਾਵਾਂ ਦਾ ਦੁੱਧ ਅਕਸਰ ਜਿਹੜਾ ਨਾ ਉਹ ਪੀਲਾ ਹੁੰਦਾ ਹੈ, ਜੀ। ਤੇ ਉਹਨੂੰ ਚਿੱਟਾ ਕਿਸ ਤਰ੍ਹਾਂ ਕਰੀਏ? ਉਹ ਇਹਨਾਂ ਸਾਰੀਆਂ ਗਾਵਾਂ ਦਾ ਨਹੀਂ ਦੁੱਧ ਪੀਲਾ ਹੁੰਦਾ ਹੈ, ਸਾਰੀਆਂ ਦਾ ਨਹੀਂ ਹੁੰਦਾ, ਨਹੀਂ ਹੁੰਦਾ। ਕੁਛ ਦਾ ਹੁੰਦਾ ਹੈ, ਕੁਝ ਦਾ ਹੁੰਦਾ। ਸਾਡੇ ਕੋਲ ਜਿੰਨੀਆਂ ਗਾਵਾਂ ਸਾਰਿਆਂ ਦਾ ਦੁੱਧ ਚਿੱਟਾ ਹੈ। ਚਿੱਟਾ ਹੈ। ਤੇ ਗਾੜਾ ਕਿਸ ਤਰ੍ਹਾਂ ਕਰੀਏ ਦੁੱਧ ਇਹਨਾਂ ਦਾ? ਦੁੱਧ ਵੰਡੇ ਨਾਲ ਗਾੜਾ ਹੁੰਦਾ ਜੀ। ਵੰਡਾ ਜਿੰਨਾ ਪਾਈਏ ਉਹਨਾਂ? ਠੀਕ ਹੋ ਗਿਆ। ਅਸੀਂ ਇੱਕ ਨਵੇਂ ਬੰਦੇ ਨੇ ਕਾਰੋਬਾਰ ਸ਼ੁਰੂ ਕਰਨਾ ਹੈ, ਜੀ ਤੁਸੀਂ ਉਹਨੂੰ ਸਕੀਮ ਦੱਸਣੀ ਹੈ ਕਿ ਬਈ ਤੂੰ ਕਿੰਨੀਆਂ ਮੱਝਾਂ ਤੂੰ ਜਾਂ ਕਿੰਨੀਆਂ ਗਾਵਾਂ ਤੂੰ ਕਾਰੋਬਾਰ ਸ਼ੁਰੂ ਕਰ, ਜੀ ਤੇਰੀ ਜਿਹੜਾ ਨਾ ਫੈਮਿਲੀ ਪਲ ਜਾਏਗੀ ਸਾਰੀ। ਜੀ। ਕਿੰਨੇ ਡੰਗਰਾਂ ਤੋਂ ਕਾਰੋਬਾਰ ਸ਼ੁਰੂ ਕਰੇ? ਨਾਲ 10 ਡੰਗਰ ਵੀ ਰੱਖੇ ਹੋਣ ਤਾਂ ਦੁੱਧ 10 ਕਿਲੋ ਇੱਕ ਡੰਗਰ ਦੁੱਧ 100 ਕਿਲੋ ਦੁੱਧ ਬਣਦਾ ਹੈ। ਠੀਕ ਹੈ। ਟਾਈਮ ਦਾ 2 ਟਾਈਮ ਦਾ ਦੁੱਧ 10 ਕਿਲੋ ਹੋਣਾ ਚਾਹੀਦਾ। ਯਾਨੀ ਅਗਰ ਉਹ 10-10 ਕਿਲੋ ਵਾਲੇ ਡੰਗਰ ਰੱਖੇ ਜੀ। ਤਾਂ 10 ਨਾਲ ਵੀ ਉਹਦਾ ਕਾਰੋਬਾਰ ਚੱਲ ਜਾਏਗਾ। ਚੱਲ ਜਾਏਗਾ। ਜ਼ਬਰਦਸਤ ਹੋ ਗਿਆ। ਤੇ ਅਗਰ ਉਹ 10-10 ਕਿਲੋ ਦੁੱਧ ਦਿੰਦੇ ਨੇ ਤਾਂ ਇਹਦਾ ਮਤਲਬ ਇਹ ਕਿ ਇਹ ਦੁੱਧ ਬਣ ਗਿਆ ਤਾਂ 100 ਕਿਲੋ, ਯਾਨੀ ਕਿ 2.5 ਮਣ। ਜੀ। ਤੇ ਕਿੰਨੇ ਪੈਸੇ ਬਣ ਗਏ ਫਿਰ ਦੁੱਧ ਦੇ? 8000 ਰੁਪਏ ਬਣ ਗਿਆ। ਹਿਸਾਬ ਕੀਤੇ ਫਿਰ 8000 ਬਣਦਾ ਹੈ। ਜੀ। ਤੇ 8000 ਵਿੱਚ ਇਹਨਾਂ ਦਾ ਕਿੰਨਾ ਖਰਚਾ ਆਈ ਜਾਂਦਾ ਹੈ? ਇਹਨਾਂ ਵੰਡੇ ਦੇ ਹਿਸਾਬ ਨਾਲ ਕੋਈ 2 ਕਿਲੋ ਪਾਉਂਦਾ, ਕੋਈ 4 ਕਿਲੋ ਪਾਉਂਦਾ। ਹੂੰ ਰੋਟੀਆਂ 35 ਰੁਪਏ ਕਿਲੋ ਨੇ, ਵੰਡਾ ਮੋਲ 60 ਰੁਪਏ ਕਿਲੋ ਪੈਂਦਾ। ਹੂੰ ਖਾਲ ਜਿਹੜਾ 70-80 ਰੁਪਏ ਕਿਲੋ ਪੈ ਜਾਂਦਾ। ਠੀਕ ਹੈ। ਪੂਰੀ ਖਾਲ ਵੀ ਇਹੋ ਰੇਟ 60-70 ਰੁਪਏ ਕਿਲੋ ਪੈਂਦਾ। ਠੀਕ ਹੈ। 2400 ਦੇ ਮੋਲ। ਤੇ ਯਾਨੀ ਕਿ ਕਿੰਨਾ ਕੁ ਖਰਚਾ ਆਈ ਜਾਂਦਾ ਹੈ? 8000 ਦੇ ਅਸੀਂ ਕਮਾ ਲਿਆ। ਜਿਸ ਤਰ੍ਹਾਂ ਬੰਦਾ ਕਾਰੋਬਾਰ ਕਰੇ ਅੰਜਾਂ ਜਾਂ ਆਸਤਾ ਸਾਨੂੰ ਸਮਝ ਆਉਂਦੀ ਜਾਏਗੀ। ਉਹ ਤੇ ਤੁਹਾਡੀ ਗੱਲ ਸਹੀ ਹੈ, ਯਾਨੀ ਕਿ 4000 ਬਚ ਜਾਏਗਾ। ਇਹ ਭਾਈ ਯਾਰੀ ਵੀ ਨਾਲ ਕਹਿ ਰਹੇ ਨੇ ਜਿਹੜੇ ਤੁਹਾਡੇ ਨਾਲ ਜਾਨਵਰ ਚਰਾ ਰਹੇ ਨੇ, ਯਾਨੀ ਕਿ 4000 ਦਾ ਖਰਚ ਆਈਏਗਾ ਤਾਂ 4 ਨੂੰ ਬਚ ਜਾਏਗਾ। ਬਿਲਕੁਲ। ਅਸੀਂ ਅਕਸਰ ਫਾਰਮਰ ਕੋ ਇਹੀ ਸੁਣਿਆ ਕਿ ਤਕਰੀਬਨ ਇਹਨਾਂ ਦਾ ਨਾ ਅੱਧੋ ਅੱਧ ਹੁੰਦਾ ਹੈ, ਯਾਨੀ ਅੱਧਾ ਇਹਨਾਂ ਦਾ ਖਰਚੇ ਤੇ ਅੱਧਾ ਜਿਹੜਾ ਨਾ ਇਹਨਾਂ ਦਾ ਉਹ ਆਈ ਜਾਂਦਾ ਵੇ, ਬਚਤ ਆਈ ਜਾਂਦੀ ਹੈ। ਤੇ ਤੁਹਾਡਾ ਵੀ ਇਹੀ ਕਹਿਣਾ। ਅੱਛਾ ਭਾਈ ਜਨਾ ਦੱਸਿਓ ਕਿ ਕਿੰਨੀਆਂ ਮੱਝਾਂ ਜਾਂ ਕਿੰਨੀਆਂ ਗਾਵਾਂ ਵਿੱਚ ਇੱਕ ਬਰੀਡਰ ਯਾਨੀ ਸੰਡਾ ਜਾਂ ਵੈੜਾ ਰੱਖਣਾ ਜ਼ਰੂਰੀ ਹੈ? ਕਿੰਨੀਆਂ ਗਾਵਾਂ ਹੋਣ, ਕਿੰਨੀਆਂ ਮੱਝਾਂ ਹੋਣ? 50 ਗਾਵਾਂ ਵੀ ਹੋਣੇ, ਕਿਸਾਨ ਬਈ ਕਾਫੀ ਹੈ। ਸੰਡੇ 40 ਮੱਝਾਂ ਵਿੱਚ ਇੱਕ ਸੰਡਾ ਕਾਫੀ ਨਾ। ਟੀਕਾ ਰਹਾਉਣਾ ਬਿਹਤਰ ਹੈ ਜਾਂ ਵੈੜਾ ਸੰਡਾ ਚੰਗਾ ਹੈ? ਟੀਕੇ ਰਹਾਉਣ ਨਾਲ ਜਿਹੜਾ ਨਸਲ ਬਦਲਦੀ ਡੰਗਰ ਦੀ। ਟੀਕੇ ਰਹਾਉਣ ਨਾਲ? ਜੀ। ਟੀਕਾ ਅਗਰ ਰਹਾਈਏ ਤਾਂ ਕਿਹੜੀ ਨਸਲ ਦਾ ਰਹਾਈਏ? ਵਲਾਇਤੀ ਟੀਕਾ ਰੱਖਦਾ ਹੈ। ਟੀਕਾ ਵਾਸਤੇ ਬਾਅਦ ਚੰਗੇ ਸੇ ਚੰਗਾ ਟੀਕਾ ਵੀ ਹੈ। ਲੇਕਿਨ ਵਲੈਤੀ ਦਾ ਦੁੱਧ ਬਹੁਤ ਸਾਰੇ ਲੋਕ ਕਿਸਾਨ ਵੀ ਕਹਿਣ ਲੱਗ ਪਏ ਨੇ ਹੁਣ, ਤੇ ਅੱਗੇ ਤੇ ਡਾਕਟਰ ਕਹਿੰਦੇ ਹਨ ਨਾ, ਹੁਣ ਤੇ ਆਮ ਬੰਦੇ ਵੀ ਕਹਿਣ ਲੱਗ ਪਏ ਨੇ ਕਿ ਵਲੈਤੀ ਗਾਂ ਦਾ ਦੁੱਧ ਜਿਹੜਾ ਉਹ ਚੰਗਾ ਨਹੀਂ ਹੁੰਦਾ। ਤੇ ਫਿਰ ਵਲੈਤੀ ਟੀਕਾ ਕਿਉਂ ਰਹਾਈਏ? ਦੁੱਧ ਵਾਸਤੇ ਰੱਖਦੇ ਹਨ ਲੋਕ। ਤੇ ਦੁੱਧ ਜ਼ਿਆਦਾ ਦਿੰਦੀ ਹੈ? ਦੁੱਧ ਜ਼ਿਆਦਾ ਦਿੰਦੇ। ਸਹੀ ਹੈ। ਉਂਝ ਦੁੱਧ ਦੀ ਮਿਕਦਾਰ ਉਹਦੀ ਅੱਛੀ ਨਹੀਂ। ਜੀ। ਠੀਕ ਹੈ। ਤੇ ਤੁਸੀਂ ਕਿਹੜੀ ਗਾਂ ਨੂੰ ਕਿਹਦੇ ਨਾਲ ਕ੍ਰਾਸ ਕਰਾਓਗੇ? ਅਸੀਂ ਨਾ ਦੋਗਲੀਆਂ ਗਾਵਾਂ ਰੱਖੀਆਂ ਨੇ, ਹੂੰ ਕਿਸਾਨ ਸੁਣਾ ਕਰਾਸ ਦਾ ਟੀਕਾ ਵੀ ਲਵਾਈਏ, ਜਾ ਵੀ ਦੋਗਲਾ ਹੁੰਦਾ ਹੈ। ਠੀਕ ਹੈ। ਤੇ ਮੱਝ ਦਾ ਕਰਦੇ ਹੋ? ਮੱਝਾਂ ਨੂੰ ਕਿਹੜਾ ਰਹਾਉਂਦੇ ਹੋ? ਮੱਝ ਨੂੰ ਕਿਸਾਨ ਨੂੰ ਕਰਨਾ ਜਿਹੜੀ ਮੱਝ ਸੰਡੇ ਕੋਲ ਨਾ ਖਲੋਏ
ਟੀਕਾ ਲਹਾ ਲਈਦਾ। ਅੱਛਾ ਇੱਕ ਹੋਰ ਗੱਲ ਦੱਸਿਓ ਕਿ ਮੱਝਾਂ ਅਕਸਰ ਜਿਹੜੀਆਂ ਨਾ ਫਿਰ ਜਾਂਦੀਆਂ ਨੇ, ਜੀ। ਉਹਨੂੰ ਬਾਰ-ਬਾਰ ਲਵਾਉਣਾ ਪੈਂਦਾ ਹੈ, ਉਹ ਫਿਰਨ ਦੀ ਕੀ ਵਜ੍ਹਾ ਹੁੰਦੀ ਹੈ? ਕੋਈ ਨੁਕਸ ਹੁੰਦਾ ਡੰਗਰ ਦੇ ਅੰਦਰ, ਕੀਰਮ ਹੁੰਦੇ ਨੇ, ਜਾਂ ਕੋਈ ਗੰਢ ਹੋ ਜਾਂਦੀ ਹੈ ਅੰਦਰ, ਜਾਂ ਕੋਈ ਡੰਗਰ ਗਰਮ ਹੁੰਦਾ, ਇਹ ਵਜ੍ਹਾ ਹੁੰਦੀ ਹੈ। ਤਾਮਾ ਸੇਂਜ ਹੋ ਜਾਂਦਾ। ਠੀਕ ਹੋ ਗਿਆ। ਉਹਦਾ ਫਿਰ ਇਲਾਜ ਕਿਸ ਤਰ੍ਹਾਂ ਕਰੀਏ? ਇਲਾਜ ਦੇਸੀ ਨੁਕਸੇ ਹੀ ਕਰਨਾ, ਕੋਈ ਮਹਿੰਦੀ ਦਿੰਦਾ ਹੈ, ਕੋਈ ਤੇਲ ਦਿੰਦਾ ਹੈ, ਕੋਈ ਫਰਕੜੀ ਦਿੰਦਾ ਹੈ, ਕੋਈ ਗੰਢ ਖਿਲਾਉਂਦਾ ਹੈ, ਹਾਂ ਆਪਣੇ ਆਪੇ ਇਲਾਜ, ਕੋਈ ਕਿਰਮ ਵਾਲੀ ਦਵਾਈ ਦਿੰਦਾ ਹੈ। ਠੀਕ ਹੈ। ਤੇ ਇਹ ਜਿਹੜਾ ਵਾਰ-ਵਾਰੀ 2-4 ਇਲਾਜ ਸਾਨੂੰ ਦੱਸ ਦਿਓ ਤਾਂ ਆ ਕੇ ਕਿਸੇ ਦਾ ਭਲਾ ਹੋਈਏ। ਹਾਂਜੀ ਜਨਾਬ, ਕੋਈ ਡੰਗਰ ਗਰਮ ਹੋ ਤੇਲ ਨਾਲ ਵੀ ਖਲੋ ਜਾਂਦੇ ਨੇ, ਕੋਈ ਡੰਗਰ, ਕੋਈ ਅੱਛਾ। ਲੋਕ ਫਰਕੜੀ ਦਿੰਦੇ ਨੇ ਨਵਾਂ ਕਰਾ, ਕੋਈ ਲੋਕ ਗੰਢ ਖਿਲਾਉਂਦੇ ਨੇ ਡੰਗਰ ਦੀ, ਕੋਈ ਗੰਢ ਅੰਦਰ ਹੋ ਗਈ, ਕਈ ਲੋਕ ਕਹਿੰਦੇ ਨੇ ਅੰਦਰ ਡੰਗਰ ਦੇ ਜ਼ਖਮ ਹੈ, ਸਹੀ ਹੈ। ਉਹਨੂੰ ਦਵਾਈ ਦਿੰਦੇ ਨੇ, ਡਾਕਟਰ ਕੋਲ ਦਵਾਈ ਬੁਲਾ ਕੇ ਰਹਾਂਦੇ, ਤੇ ਫਿਰ ਉਹ ਖਲੋ ਜਾਂਦਾ। ਉਹ ਖਲੋ ਜਾਂਦੇ ਨੇ। ਸਹੀ ਹੋ ਗਿਆ। ਤੇ ਇੱਕ ਮੱਝ ਜਿਹੜੀ ਏ ਉਹ ਕਿੰਨੇ ਕੁ ਸੂਏ ਆਪਣੇ ਕੋਲ ਰੱਖਣੀ ਚਾਹੀਦੀ ਏ? ਅਸੀਂ ਤਾਂ ਮੱਝ 3-4 ਸੂਏ ਚੁੰਗਣੇ ਅੱਗੇ ਵੇਚਣੇ, ਸਾਡੇ ਕੋਲ ਮੋਟੀਆਂ ਚਰਾਣੇ ਚਰੂਣੇ ਵੀ ਹੁੰਦੇ ਨੇ ਡੰਗਰ। ਠੀਕ ਹੈ। ਹਾਂ, ਤਿੰਨ- ਤਾਂ ਵਾਸੇ ਅੱਗੇ ਵੇਚ ਛੱਡਦੇ ਹੋ, ਜੀ ਯਾਨੀ ਤੁਸੀਂ 4 ਕੁ ਸੂਏ ਰੱਖਦੇ ਹੋ। ਜੀ। ਪਹਿਲਾਂ ਮੱਝ ਚੰਗੀ ਰਹਿੰਦੀ ਹੈ ਜਾਂ ਫਿਰ ਉਹਦੇ ਬਾਅਦ ਸੂਇਆਂ ਲਈ? ਮੱਝ ਜਿਉਂ ਸੂਏ ਵਧੇ, ਜਿਉਂ ਮੱਝ ਚੰਗੀ ਹੋਏਗੀ, ਦੁੱਧੋਂ ਵੱਧਦੀ ਜਾਏਗੀ। ਤੇ ਤੁਸੀਂ ਅਗਰ ਨਵੀਂ ਮੱਝ ਲੈਣੀ ਹੋਵੇ ਤੇ ਕਿਹੜੇ ਸੂਏ ਨੂੰ ਪ੍ਰੈਫਰ ਕਰੋਗੇ? ਅਸੀਂ ਦੂਜੇ ਨੂੰ ਲੈਂਗੇ, ਤੀਜੇ ਨੂੰ ਲੈਂਗੇ। ਪਹਿਲਾਂ ਨੂੰ ਕਿਉਂ ਨਹੀਂ? ਪਹਿਲਾਂ ਨਹੀਂ ਸੀ ਲੈਣੇ, ਜੁਲਸਦ ਵਾਲੀ ਮੱਝ। ਯਾਨੀ ਪਹਿਲਾਂ ਦਾ ਦੁੱਧ ਘੱਟ ਹੁੰਦਾ? ਜੀ ਕੁਝ ਲੋਕ ਆਂਦੇ ਨੇ ਪਹਿਲਾਂ ਦਾ ਵੀ ਦੁੱਧ ਸੇਵਾ ਕਰੀਏ ਤਾਂ ਬਹੁਤਾ ਹੁੰਦਾ। ਹਾਂਜੀ, ਇੰਜੀ ਗੱਲ ਨਾ, ਨਸਲ ਦੀ ਗੱਲ ਹੁੰਦੀ ਹੈ। ਕਈ ਝੋਟੀਆਂ ਪਹਿਲਾਂ ਝੋਟੀਆਂ ਬੜਾ ਦੁੱਧ ਦਿੰਦੀਆਂ। ਅੱਛਾ ਇਹ ਹੈ ਤੇ ਕੰਮ ਇੱਕ ਬਾਦਸ਼ਾਹੀ ਹੈ, ਲੇਕਿਨ ਇਹਦੇ ਚ ਕਿੰਨੀ ਕੁ ਮਿਹਨਤ ਦਰਕਾਰ ਹੈ? ਮੈਂ ਮਿਹਨਤ ਹੈ ਕਿ ਜਿਹੜੇ ਬੰਦੇ ਨੂੰ ਕੰਮ ਨਹੀਂ ਸਿਖਿਆ ਉਹਦੇ ਵਾਸਤੇ ਡੰਗਰਾਂ ਦਾ ਕੰਮ ਠੀਕ ਹੈ, ਲੇਕਿਨ ਮਾਲ ਦਾ ਖਰਚੇ ਦਾ ਹਿਸਾਬ ਲਾਈਏ ਫਿਰ ਲੋਕ ਨਹੀਂ ਮਾਲ ਰੱਖਣ, ਲੇਕਿਨ ਅੱਲਾਹ ਪਾਕ ਨੇ ਮਾਲ ਦੇ ਵਿੱਚ ਇੰਨੇ ਕਿ ਆਪਣੇ ਕਰਮ ਰੱਖੇ ਨੇ ਕਿ ਸਾਡਾ ਪਿਆ ਵਕਤ ਪਾਸ ਹੁੰਦਾ ਇਹਦੇ ਨਾਲ। ਡੰਗਰਾਂ ਦਾ ਕੰਮ ਅਸੀਂ ਬਿਹਤਰ ਸਮਝਦੇ ਸਾਰੇ ਕੰਮਾਂ ਨਾਲ। ਜ਼ਬਰਦਸਤ ਜ਼ਬਰਦਸਤ। ਨਵੇਂ ਬੰਦੇ ਨੂੰ ਕੋਈ ਐਸਾ ਮਸ਼ਵਰਾ ਦੱਸੋ ਜਿਹੜਾ ਉਹਦਾ ਨੁਕਸਾਨ ਨਾ ਹੋਏ, ਤੁਹਾਡਾ ਸਦਕਾ ਜਾਰੀ ਹੋਈਏ। ਨੁਕਸਾਨ ਕੋਈ ਨਹੀਂ, ਡੰਗਰ ਦੀ ਮਿਹਨਤ ਕਰੋ, ਹਾਂ। ਨੁਕਸਾਨ ਕੋਈ ਨਹੀਂ, ਤੇ ਫਾਇਦਾ ਹੀ ਫਾਇਦਾ ਡੰਗਰ ਦੇ ਵਿੱਚ। ਅੱਛਾ ਇੱਕ ਸਵਾਲ ਨਿਕਲ ਆਇਆ ਕਿ ਖਾਂਗੜੀਆਂ ਮੱਝਾਂ ਲਈਆਂ ਜਾਂ ਲੈ ਰਹੀਆਂ? ਖਾਂਗੜੀਆਂ ਵੀ ਲਿਓ, ਉਹ ਵੀ ਨਵੀਆਂ ਹੋ ਜਾਣ, ਲੈਰੀਆਂ ਬਣ ਜਾਂਦੀਆਂ, ਘਰ ਪੱਠਾ ਛੱਠਾ ਘਰ ਦਾ ਬੰਦਾ ਉਹ ਵੀ ਕੰਮ। ਸਹੀ ਹੈ। ਠੀਕ ਹੋ ਗਿਆ। ਬਹੁਤ ਸ਼ੁਕਰੀਆ ਜੀ, ਤੁਸੀਂ ਬੜੀ ਮੁਫੀਦ ਮਾਲੂਮਾਤ ਦਿੱਤੀ ਹੈ। ਅਸਲਾਮ ਵਾਲੇਕੁਮ।